वाहिगुरु जी का खालसा वाहिगुरु जी की परम सन्मानयोग जुगो जुग अटल सबदा अवतार शांति दे पुंज अमृत दे सोमे ज्ञान दे महान सागर दसां पातशाहियां दी आत्मक जोत श्री गुरु ग्रंथ साहिब जी महाराज जी की पावन पवित्र हजूरी विखे जोड़ी सरबत संगत माई पाई। आओ सारे रल मिल के रोजाना की तरह गुरबाणी की अमृत विचार सांझी करने की कोशिश करें। गुरबाणी की पाक पवित्र विचार सरवण करने तो पहला आओ सारे एक बारी एकाग्रचित होके आखिए सतनाम। विचार लई बाणी का मूल पाठ इस प्रकार है। बिलावल महला पंजवा छंत एक ओंकार सतगुर प्रसाद सखी आओ सखी बस आओ सखी असी पीर का मह मंगल गावे। सखी आओ सखी बस आओ सखी असी पीर का मंगल गावे। तजमान सखी तजमान सखी मत अपने प्रीतम भावहे। तजमान मोहो विकार दूजा सेव एक निरंजनो। लग चरण शरण दयाल प्रीतम सकल दुर्त विखंडनो। होए दास दासी तज उदासी बहुड़ विधि ना थावा। नानक प्रेम पै करो कृपा ताम मंगल गावा। अमृत प्री का नाम मैं अंधले डोहनी। ओ जो है बहु प्रकार सुंदर मोहनी। मोहनी महाविचित्र चंचल अनक पाप दिखावे। होए ढीठ मीठी मने लागे नाम लैन ना आवे। ग्रह बन्हे तीरे बरत पूजा बाट काटे जोहनी। नानक प्रेम पै दया तारो मैं नाम अंधले डोहनी। नानक प्रेम पै दया तारो मैं नाम अंधले डोहनी। वाहिगुरु जी का खालसा वाहिगुरु जी की फतेह। परम सन्मानयोग सतगुरु जी के पावन पवित्र चरण कमलों विखे विराजमान सुशोभित सुभाईमान सत्कारयोग सर्वत संगत माई। ये पावन पवित्र बाणी जो हमने ही पढ़ी है
ਆਪ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਇਕਾਗਰਚਿਤ ਹੋ ਕੇ ਬੜੀ ਸਾਵਧਾਨੀ ਸਹਿਤ ਇਸ ਬਾਣੀ ਨੂੰ ਸੁਣਿਆ ਹੈ। ਆਪ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਹੈ। ਬਿਲਾਵਲ ਮਹੱਲਾ ਪੰਜਵਾਂ, ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਸਰਲੇਖ ਹੇਠ ਬਿਲਾਵਲ ਰਾਗ ਵਿੱਚ ਹੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੀ ਬਾਣੀ ਛੰਤ ਇਹ ਜਿਹੜੀ ਹੁਣੇ ਹੀ ਆਪਾਂ ਨੇ ਪੜ੍ਹੀ, ਨਵਾਂ ਵਰਗੀਕਰਨ ਸ਼ੁਰੂ ਹੋਇਆ ਹੈ ਛੰਤਾਂ। ਇਸ ਤੋਂ ਪਹਿਲਾਂ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੀ ਬਾਣੀ ਬਿਲਾਵਲ ਰਾਗ ਵਿੱਚ ਪੜ੍ਹ ਰਹੇ ਸੀ, ਵਿਚਾਰ ਰਹੇ ਸੀ। ਉਹ ਵੀ ਛੰਤ ਸਨ। ਉਹਨਾਂ ਦਾ ਵਿਸ਼ਾ ਥੋੜਾ ਜਿਹਾ ਹੋਰ ਸੀ ਤੇ ਇਹ ਜਿਹੜੇ ਛੰਤ ਆਪਾਂ ਹੁਣ ਪੜ੍ਹਨ ਲੱਗੇ ਹਾਂ, ਇਹਨਾਂ ਦਾ ਥੋੜਾ ਜਿਹਾ ਵਿਸ਼ਾ ਜਿਹੜਾ ਹੈ ਉਸ ਤੋਂ ਹਟਵਾ ਹੈ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਬਾਣੀ ਨੂੰ ਐਨ ਧਿਆਨ ਦੇ ਨਾਲ ਪੜ੍ਹੀਏ, ਵਿਚਾਰੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਨਵਾਂ ਵਰਗ ਸ਼ੁਰੂ ਹੋਇਆ ਹੈ ਬਾਣੀ ਦਾ। ਇਸ ਕਰਕੇ ਸਾਰਿਆਂ ਤੋਂ ਪਹਿਲਾਂ ਉੱਪਰ ਲਿਖਿਆ ਹੋਇਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਵੀਂ ਗੱਲ ਸ਼ੁਰੂ ਹੋਣ ਲੱਗੀ ਹੈ ਨਾ, ਨਵਾਂ ਕਾਰਜ ਸ਼ੁਰੂ ਹੋਣ ਲੱਗਿਆ। ਸੰਖੇਪ ਦੇ ਵਿੱਚ ਮੂਲ ਮੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੰਕਿਤ ਕੀਤਾ ਹੈ ਕਿ ਭਾਈ ਪਰਮਾਤਮਾ ਇੱਕ ਹੈ, ਉਹ ਹਮੇਸ਼ਾ ਹੀ ਸੱਚ ਹੈ ਤੇ ਹਮੇਸ਼ਾ ਹੀ ਹੋਗਾ। ਉਸ ਪ੍ਰਭੂ ਜੀ ਨੂੰ ਮਿਲਣ ਦੇ ਲਈ ਗੁਰੂ ਦੀ ਕਿਰਪਾ ਜ਼ਰੂਰੀ ਹੈ। ਗੁਰ ਕਿਰਪਾ ਜਹ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਪੇ ਓ ਗੋਬਿੰਦ ਸਿਉ ਜਿਉ ਪਾਣੀ ਸੁਧ। ਅੱਜ ਦੇ ਸ਼ਬਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਹਨ, ਸਾਨੂੰ ਕੀ ਸਮਝਾ ਰਹੇ ਹਨ ਤੇ ਕਿਸ ਢੰਗ ਨਾਲ ਸਮਝਾ ਰਹੇ। ਕਹਿਣ ਦਾ ਵੱਖਰਾ ਹੀ ਅੰਦਾਜ਼ ਹੈ। ਸਖੀ ਆਓ ਸਖੀ, ਬਸ ਆਓ ਸਖੀ, ਅਸੀਂ ਪੀਰ ਕਾ ਮੰਗਲ ਗਾਵੇਂ। ਸਖੀ ਸ਼ਬਦ ਸਹੇਲੀ ਵਾਸਤੇ ਵਰਤਿਆ ਜਾਂਦਾ ਹੈ। ਸਖੀ ਸਹੇਲੀ, ਇਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿ ਦਿੰਦੇ ਹਾਂ ਗਰਲਫ੍ਰੈਂਡ। ਦੋਵੇਂ ਸਖੀਆਂ ਦੀ ਗੱਲ ਹੋ ਰਹੀ ਹੈ, ਸਖੀਆਂ ਸਖੀਆਂ ਦੀ, ਸਹੇਲੀਆਂ ਸਹੇਲੀਆਂ ਦੀ। ਇੱਥੇ ਸਖੀਆਂ ਕਿਉਂ ਲਿਖਿਆ ਹੋਇਆ, ਸਖਾ ਕਿਉਂ ਨਹੀਂ ਲਿਖਿਆ? ਇਸ ਕਰਕੇ ਨਹੀਂ ਲਿਖਿਆ ਕਿਉਂਕਿ ਗੁਰਬਾਣੀ ਦੇ ਵਿੱਚ ਸਾਰਿਆਂ ਨੂੰ ਹੀ ਜੀਵ ਇਸਤਰੀਆਂ ਲਿਖਿਆ ਹੋਇਆ ਹੈ। ਸਾਨੂੰ ਸਾਰਿਆਂ ਨੂੰ ਹੀ ਜੀਵ ਇਸਤਰੀਆਂ ਲਿਖਿਆ ਹੋਇਆ ਹੈ। ਭਾਵੇਂ ਇੱਥੇ ਬੰਦੇ ਬੈਠੇ ਹਨ, ਭਾਵੇਂ ਇੱਥੇ ਜਨਾਨੀਆਂ ਬੈਠੀਆਂ ਹਨ, ਭਾਵੇਂ ਬੀਬੇ ਹਨ, ਚਾਹੇ ਬੀਬੀਆਂ ਹਨ, ਭਾਈ ਸਾਰਿਆਂ ਵਾਸਤੇ ਗੁਰੂ ਜੀ ਨੇ ਇੱਕੋ ਹੀ ਸ਼ਬਦ ਵਰਤਿਆ ਹੈ। ਸਾਰੀਆਂ ਹੀ ਇੱਥੇ ਜੀਵ ਇਸਤਰੀਆਂ।
ਹੁਣ ਇੱਥੇ ਜੀਵ ਇਸਤਰੀਆਂ ਦੀ ਗੱਲ ਜੀਵ ਇਸਤਰੀਆਂ ਦੇ ਨਾਲ ਹੀ ਹੋ ਰਹੀ। ਕਹਿ ਰਹੀ ਹੈ ਇੱਕ ਸਖੀ, ਕਹਿੰਦੇ ਸਖੀ ਆਓ ਸਖੀ ਬਸ ਆਓ ਸਖੀ, ਅਸੀਂ ਪੀਰ ਕਾ ਮੰਗਲ ਗਾਵੇਂ। ਇਹ ਸਾਡੇ ਲਈ ਪ੍ਰੇਰਨਾ ਸਰੋਤ ਹੈ। ਇਹ ਸਾਨੂੰ ਸਾਰਿਆਂ ਨੂੰ ਮੋਟੀਵੇਟ ਕਰ ਰਿਹਾ ਹੈ। ਐ ਗੁਰਮੁਖ ਪਿਆਰਿਓ, ਆਓ ਆਪਾਂ ਸਾਰੇ ਹੀ ਰਲ ਮਿਲ ਕੇ ਉਸ ਪਿਆਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੰਗਲ ਗਾਨ ਕਰੀਏ। ਭਾਈ ਮੰਗਲ ਤਾਂ ਇਕੱਲਾ ਬੰਦਾ ਵੀ ਗਾ ਸਕਦਾ ਹੈ, ਪਰ ਸੰਗਤੀ ਰੂਪ ਦੇ ਵਿੱਚ ਮੰਗਲ ਗਾਉਣੇ, ਕੀਰਤਨ ਕਰਨਾ, ਗੁਰਬਾਣੀ ਪੜ੍ਹਨੀ, ਗੁਰਬਾਣੀ ਦਾ ਪਾਠ ਕਰਨਾ, ਇਹ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਬਣ ਜਾਂਦਾ। ਚਾਰ ਚੰਨ ਲੱਗ ਜਾਂਦੇ ਹਨ। ਵੈਸੇ ਤਾਂ ਇਕੱਲਿਆਂ ਘਰੇ ਬੈਠ ਕੇ ਵੀ ਗਾ ਸਕਦਾ ਹੈ ਬਾਣੀ, ਘਰੇ ਬੈਠ ਕੇ ਵੀ ਮੰਗਲ ਗਾਏ ਜਾ ਸਕਦੇ ਹਨ ਚੁੱਲ੍ਹੇ ਦੇ ਬੱਟੇ ਕੋਲ, ਪਰ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣਾਂ ਦਾ ਗਾਨ ਕਰਨਾ ਸੋਨੇ ਦੇ ਸੁਹਾਗੇ ਵਾਲਾ ਕੰਮ ਹੈ। ਇਸ ਕਰਕੇ ਸਾਹਿਬ ਜੀ ਨੇ ਫਰਮਾਇਆ ਸਖੀ ਆਓ ਸਖੀ ਬਸ ਆਓ ਸਖੀ, ਅਸੀਂ ਪੀਰ ਕਾ ਮੰਗਲ ਗਾਵੇਂ। ਇਹ ਜਿਹੜੀ ਸਖੀ ਲਫ਼ਜ਼ ਹੈ ਜਾਂ ਕਿਸ ਨੂੰ ਕਿਹਾ ਜਾ ਰਿਹਾ ਹੈ ਇਸ ਤਰ੍ਹਾਂ, ਇਹ ਸਭ ਸਾਨੂੰ ਹੀ ਆਵਾਜ਼ ਦਿੱਤੀ ਜਾ ਰਹੀ ਹੈ। ਗੁਰੂ ਜੀ ਵੱਲੋਂ ਸਾਨੂੰ ਹੀ ਆਵਾਜ਼ ਦਿੱਤੀ ਜਾ ਰਹੀ ਹੈ, ਸਾਨੂੰ ਹੀ ਸੱਦਾ ਦਿੱਤਾ ਜਾ ਰਿਹਾ ਹੈ, ਸਾਨੂੰ ਹੀ ਬੁਲਾਵਾ ਦਿੱਤਾ ਜਾ ਰਿਹਾ ਹੈ। ਕਹਿੰਦੇ ਆਓ ਗੁਰੂ ਕੇ ਪਿਆਰਿਓ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਣ। ਇਹ ਸਾਨੂੰ ਕਹੀ ਗਈ ਹੈ ਗੱਲ। ਇਹ ਨਾ ਹੋਵੇ ਕਿ ਪਾਠੀ ਪੜ੍ਹਦਾ ਪੜ੍ਹਦਾ ਲੰਘ ਜਾਏ ਤੇ ਆਪਣੇ ਆਪ ਨੂੰ ਇਹਦੇ ਵਿੱਚ ਸਮੂਲੀਅਤ ਨਾ ਕਰੇ। ਇਸ ਵਿੱਚ ਸਾਰੇ ਹੀ ਸ਼ਾਮਲ ਹਨ। ਸਖੀ ਆਓ ਸਖੀ ਬਸ ਆਓ ਸਖੀ, ਅਸੀਂ ਪੀਰ ਕਾ ਮੰਗਲ ਗਾਵੇਂ। ਤਜ ਮਾਨ ਸਖੀ ਤਜ ਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵੇਂ। ਐ ਸਖੀ, ਮੰਗਲ ਗਾਣ ਤੋਂ ਪਹਿਲਾਂ, ਗੁਰਦੁਆਰੇ ਆਉਣ ਤੋਂ ਪਹਿਲਾਂ, ਕੀਰਤਨ ਕਰਨ ਤੋਂ ਪਹਿਲਾਂ, ਸੇਵਾ ਕਰਨ ਤੋਂ ਪਹਿਲਾਂ, ਪਾਠ ਕਰਨ ਤੋਂ ਪਹਿਲਾਂ ਆਪਣਾ ਹੰਕਾਰ ਛੱਡੋ। ਇਹ ਨਾ ਹੋਵੇ ਕਿ ਬੰਦਾ ਇਹ ਸੋਚੇ ਕਿ ਮੇਰੇ ਵਰਗਾ ਕੋਈ ਪਾਠ ਨਹੀਂ ਕਰ ਸਕਦਾ, ਮੇਰੇ ਵਰਗਾ ਕੋਈ ਕੀਰਤਨ ਨਹੀਂ ਕਰ ਸਕਦਾ, ਮੇਰੇ ਵਰਗੀ ਕੋਈ ਕਥਾ ਨਹੀਂ ਕਰ ਸਕਦਾ, ਮੇਰੇ ਵਰਗੇ ਭਾਂਡੇ ਨਹੀਂ ਕੋਈ ਮਾਰ ਸਕਦਾ, ਮੇਰੇ ਵਰਗੀ ਕੋਈ ਦਾਲ ਨਹੀਂ ਬਣਾ ਸਕਦਾ, ਮੇਰੇ ਵਰਗੀ ਕੋਈ ਸਬਜ਼ੀ ਨਹੀਂ ਬਣਾ ਸਕਦਾ। ਇਸ ਤਰ੍ਹਾਂ ਹੰਕਾਰ ਨਹੀਂ ਕਰਨਾ। ਆਪ ਗਵਾਈਐ ਤਾਂ ਸੋ ਪਾਈਐ, ਅਵਰ ਕੈਸੇ ਚਤੁਰਾਈ। ਹੰਕਾਰ ਛੱਡ ਕੇ ਫੇਰ ਗੁਰੂ ਘਰ ਵਿੱਚ ਆਉਣਾ ਹੈ ਤਾਂ ਕਿ ਪਿਆਰੇ ਪ੍ਰੀਤਮ ਨੂੰ ਅਸੀਂ ਚੰਗੇ ਲੱਗ ਜਾਈਏ। ਸਾਧ ਸੇਵਾ ਕੀਤੀ ਸਫਲ ਹੈ ਜੇ ਸਤਿਗੁਰੂ ਕਾ ਮਨ। ਭਾਈ ਸੇਵਾ ਕੀਤੀ ਹੋਈ ਤਾਂ ਸਫਲ ਹੈ ਜੇ ਸਤਿਗੁਰੂ ਜੀ ਦਾ ਮਨ ਮੰਨ ਜਾਏ। ਜੇ ਅਸੀਂ ਪਹਿਲਾਂ ਹੀ ਹੰਕਾਰ ਵਿੱਚ ਆ ਕੇ ਸੇਵਾ ਕਰਾਂਗੇ, ਪਾਠ ਕਰਾਂਗੇ, ਕੀਰਤਨ ਕਰਾਂਗੇ, ਕਥਾ ਕਰਾਂਗੇ, ਭਾਂਡੇ ਮਾਂਜਾਂਗੇ, ਝਾੜੂ ਲਾਵਾਂਗੇ ਜਾਂ ਹੋਰ ਕੋਈ ਕਾਰਜ ਕਰਾਂਗੇ, ਫਿਰ ਉਹ ਸੇਵਾ ਸੁਆਹ ਲੱਗਣੀ ਹੈ। ਜਿਸ ਸੇਵਾ ਦੇ ਵਿੱਚੋਂ ਮੈਂ ਬੋਲਦੀ ਹੈ ਉਹ ਸੇਵਾ ਨਹੀਂ ਹੈ। ਤੇ ਨਾਲੇ ਸਾਡੀ ਸੇਵਾ ਹੈ ਵੀ ਕਾਹਦੀ? ਸੇਵਾ ਥੋੜੀ ਮੰਗਨ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਹੁਤਾ।
ਸੇਵਾ ਥੋੜੀ ਕਰਦੇ ਹਾਂ, ਚੀਜ਼ਾਂ ਜ਼ਿਆਦਾ ਮੰਗਦੇ ਹਾਂ। ਗੁਰੂ ਦਾ ਘਰ ਦੇਖਿਆ ਨਹੀਂ ਅਜੇ ਆ ਕੇ, ਕਹਿੰਦਾ ਹੋਇਆ ਮੈਂ ਪਹੁੰਚਿਆ ਬੰਦਾ ਹਾਂ। ਮੈਂ ਤਾਂ ਪਹੁੰਚਿਆ ਹੋਇਆ ਦਸਮ ਦੁਆਰ ਨੂੰ। ਸੇਵਾ ਥੋੜੀ ਹੈ, ਮੰਗਦਾ ਜ਼ਿਆਦਾ। ਇਹ ਕਿੱਧਰ ਦਾ ਇਨਸਾਫ ਹੋਇਆ ਬਈ ਧੇਲੇ ਦੀ ਸੇਵਾ ਨਹੀਂ ਕਰਨੀ ਤੇ ਲੱਖਾਂ ਦੀ ਚੀਜ਼ ਮੰਗ ਲੈਣੀ। ਇਹ ਤਾਂ ਟੈਕਨੀਕਲੀ ਤੌਰ ਤੇ ਵੀ ਗਲਤ ਹੈ। सेवा करत होए नहीं कामी, तिसको होत प्राप्त हो। कामनामा तो रहत हो के बिल्कुल फिर सेवा करी जावे तां फिर परमात्मा की प्राप्ति। तज मान मोह विकार दूजा। ऐ सखी अपने अंदरों मान छड्डना है, हंकार छड्डना है, मोह छड्डना है, विषय विकार छड्डने हैं ते द्वैत भावना छड्डनी है, फिर एक निरंजन की सेवा करनी। सेव एक निरंजनो, एक निरंजन की सेवा करनी है। निरंजन कौन है? एक किते साडे पिंड वाला निरंजन तो नहीं है, नहीं, ये तो रब का ही नाम है, ये तो परमात्मा का ही नाम है। ओ परमात्मा जेड़ा माया की कालख तो बिल्कुल निर्लेप है, जिसनों माया जिहड़ी है ना बिल्कुल भी प्रभावित नहीं कर सकती। भाई सानू तो प्रभावित कर जाती है। ਜਦੋਂ ਗੋਲਕ ਦੇ ਵਿੱਚ कोई रुपया पाता है ना आके टणकਦੇ की करता है तो साडे ਕੰਨ खड़े हो जाते भाई किसी ने रुपया पाया। पाण वाला कोई, गोलक किसी दी ते प्रभावित असीं हो रहे हाँ, विचों लेना ना देना। गोलक गुरु दी है, चौड़ा मैं हो रहा हाँ, भई इन्ने पैसे निकले हैं गोलक विचों लै। कितना प्रभाव है माया का। तो कई बार इस तरह होंदा है, असीं तां देखते हैं ना, ऐतकी तां बहुत झाड़ घट निकलिया है, गोलक बड़ी घट निकली है, दुखी जिहा मोह करके बड़े घट पैसे निकले। घट निकलन वध निकलन सानू की बई, गुरु दी गोलक है, असर साडे ते हो रहा है, प्रभावित असीं हो रहे हैं। क्यों बई? तैनू काहदी चिंता है? गुरु दियां गुरु जान। कई सालों तो इस तरह भी हुंदा आ रहा सी, जे 2-2 हज़ार के नोट निकल आए ना 5-7, तो विचों एक बंदा कहन लग्या, कहंदे वो दोबारे फिर आ गया बंदा वही, कोई मोटी मुर्गी। ये नहीं सोचना कि ये बाबे नानक की कृपा हुई है। कोई बंदा आ गया, कौन बंदा आ गया? खबरें कौन आ गया? तो ये तो बाबे नानक की कृपा हुई है। घट का आवे वध आवे सानू की, असीं क्यों प्रभावित होइए? ते नाले जे घट आण वध आण, गुरु जी नूं की फर्क है इहदे विच?
ਜੇ ਆਪਾਂ ਇੱਥੇ ਗੋਲਕ ਵੀ ਨਾ ਰੱਖੀਏ ਫਿਰ ਗੁਰੂ ਜੀ ਦਾ ਕੀ ਘਟ ਜਾਏਗਾ। ਜੇ ਅਸੀਂ 2 ਗੋਲਕਾਂ ਹੋਰ ਰੱਖ ਦਈਏ ਗੁਰੂ ਜੀ ਦਾ ਕੀ ਵੱਧ ਜਾਏਗਾ ਉਹਦੇ ਵਿੱਚ। ਨਾ ਘਾਟ ਹੈ ਨਾ ਬਾਦ ਹੈ, ਨਾ ਬਾਦ ਘਾਟ ਹੋ, ਨਿਰੰਜਨ ਹੈ ਨਾ। ਭਾਈ ਮਾਨ ਛੱਡ ਕੇ, ਮੋਹ ਛੱਡ ਕੇ, ਵਿਕਾਰ ਛੱਡ ਕੇ, ਦ્વੈਸ ਭਾਵਨਾ ਛੱਡ ਕੇ, ਉਹ ਜਿਹੜਾ ਮਾਇਆ ਤੋਂ ਰਹਿਤ ਹੈ, ਅਕਾਲ ਪੁਰਖ ਵਾਹਿਗੁਰੂ ਜਿਸ ਤੇ ਮਾਇਆ ਦਾ ਕੋਈ ਅਸਰ ਨਹੀਂ ਪੈਂਦਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ। ਲਗ ਚਰਨ ਸਰਣ ਦਿਆਲ ਪ੍ਰੀਤਮ। ਦਿਆਲੂ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਸਰਨ ਦੇ ਵਿੱਚ ਲੱਗ ਕੇ, ਚਰਨਾਂ ਦੇ ਨਾਲ ਲੱਗ ਕੇ ਆਪਣੇ ਸਾਰੇ ਜਿਹੜੇ ਪਾਪ ਹਨ ਨਾ ਉਹਨਾਂ ਨੂੰ ਕੱਟ ਲਈਏ। ਜਿਹੜੇ ਪਾਪ ਕੀਤੇ ਹੋਏ ਹਨ, ਪਾਪ ਕਿੰਨੇ ਕੁ ਕੀਤੇ ਹੋਏ ਹਨ ਆਪਣੇ ਆਪਣੇ ਗਿਣ ਲਓ। ਜਦੋਂ ਤੋਂ ਅਸੀਂ ਸੋਝੀ ਸੰਭਲੀ ਹੈ ਕਿੰਨੇ ਕੁ ਪਾਪ ਕੀਤੇ ਹਨ ਆਪਣੇ ਆਪਣੇ ਆਪ ਗਿਣ ਲਓ। ਨਹੀਂ ਫਿਰ ਗੁਰੂ ਜੀ ਦੱਸਣਗੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ। ਜਿੰਨਾ ਸਮੁੰਦਰ ਸਾਗਰ ਪਾਣੀ ਨਾਲ ਭਰਿਆ ਹੋਇਆ ਹੈ ਐਨੇ ਔਗਣ ਹਨ, ਐਨੇ ਪਾਪ ਕੀਤੇ ਹੋਏ ਹਨ। ਇਹ ਤਾਂ ਬਹੁਤ ਹਨ। ਐ ਸਤਿਗੁਰੂ ਜੀ ਜੇ ਐਨੇ ਪਾਪ ਅਸੀਂ ਕੀਤੇ ਹੋਏ ਹਨ ਤੇ ਫਿਰ ਸਾਡਾ ਕਲਿਆਣ ਕਿਵੇਂ ਹੋਏਗਾ। ਮੇਰਾ ਗੁਣ ਔਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੇ। ਐ ਸਤਿਗੁਰੂ ਜੀ ਸਾਡੇ ਗੁਣ ਔਗਣਾਂ ਨੂੰ ਨਾ ਵਿਚਾਰੋ। ਜੇ ਤੁਸੀਂ ਇਹਨਾਂ ਦਾ ਮੁਲੰਕਣ ਕਰਨ ਲੱਗ ਪਏ, ਜੇ ਇਹਨਾਂ ਦੀ ਸਮੀਖਿਆ ਕਰਨ ਲੱਗ ਪਏ, ਫਿਰ ਸਾਡਾ ਬੇੜਾ ਪਾਰ ਹੋਣਾ ਹੀ ਨਹੀਂ ਹੈ। ਕਿਉਂਕਿ ਮਿੱਟੀ ਹਾਂ ਅਸੀਂ, ਮਿੱਟੀ ਨੂੰ ਕੋਈ ਜਿੰਨਾ ਮਰਜ਼ੀ ਧੋਈ ਜਾਏ, ਜਿੰਨਾ ਮਰਜ਼ੀ ਧੋਈ ਜਾਏ, ਜਿੰਨਾ ਮਰਜ਼ੀ ਸਾਫ਼ ਕਰੀ ਜਾਏ, ਫਿਰ ਮਿੱਟੀ ਦੀ ਮਿੱਟੀ। ਚਲੋ ਮਿੱਟੀ ਨੂੰ ਵੀ ਛੱਡੋ, ਅਸੀਂ ਤਾਂ ਕਾਲੇ ਕੋਲੇ ਵਾਂਗ ਹਾਂ। ਕਾਲੇ ਕੋਲੇ ਨੂੰ ਜਿੰਨਾ ਮਰਜ਼ੀ ਸਾਬਣ ਲਾ ਲਾ ਕੇ ਧੋ ਕੇ ਦੁੱਧ ਦਹੀਂ ਵਿੱਚ ਪਾ ਲਈਏ ਫਿਰ ਕਾਲੇ ਦਾ ਕਾਲਾ। ਐਸੀ ਦਸ਼ਾ ਹਮਾਰੀ। ਹੋਏ ਦਾਸ ਦਾਸੀ ਤਜ ਉਦਾਸੀ, ਬਹੁੜ ਵਿਧੀ ਨਾ ਧਾਵਾਂ। ਹੇ ਪ੍ਰਭੂ ਜੀ ਮੈਂ ਆਪ ਜੀ ਦੇ ਦਾਸਾਂ ਦੀ ਦਾਸੀ ਬਣ ਜਾਵਾਂ ਤੇ ਆਪਣੇ ਅੰਦਰੋਂ ਸਾਰੀਆਂ ਉਦਾਸੀਆਂ ਨੂੰ ਤਿਆਗ ਦੇਵਾਂ ਤੇ ਇਹੋ ਜਿਹੀ ਵਿਧੀ ਬਣ ਜਾਏ ਕਿ ਮੈਂ ਕਿਸੇ ਹੋਰ ਦੇ ਦਰ ਤੇ ਨਾ ਜਾਵਾਂ। ਤੇਰਾ ਦਰ ਛੱਡ ਕੇ ਮੈਂ ਕਿਸੇ ਹੋਰ ਦੇ ਦਰ ਤੇ ਨਾ। ਜੇ ਜਾਣਾ ਪੈ ਜਾਏ ਜਾਣਾ ਹੀ ਨਹੀਂ। ਫਰੀਦਾ ਬਾਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇ। ਐ ਸਾਈਂ ਜੀ ਮੈਨੂੰ ਪਰਾਏ ਬਾਰ ਦੇ ਮੂਹਰੇ ਬੈਠਣ ਦੀ ਮੌਕਾ ਹੀ ਨਾ ਮਿਲੇ। ਜੇ ਮੌਕਾ ਮਿਲੇ ਵੀ, ਮੌਕਾ ਮਿਲਣ ਤੋਂ ਪਹਿਲਾਂ ਪਹਿਲਾਂ ਮੇਰੇ ਪ੍ਰਾਣ ਨਿਕਲ ਜਾਣ। ਜਪੋ ਸਤਿਨਾਮ ਜੀ, ਮੇਰੇ ਪ੍ਰਾਣ ਹੀ ਨਿਕਲ ਜਾਣ। ਨਾਨਕ ਪਿਆੰਪੈ ਕਰੋ ਕਿਰਪਾ, ਤਾਮ ਮੰਗਲ ਗਾਵਾਂ। ਨਾਨਕ ਜੀ ਉਪਦੇਸ਼ ਦਿੰਦੇ ਹਨ, ਕਹਿ ਰਹੇ ਹਨ, ਫਰਮਾਨ ਕਰ ਰਹੇ ਹਨ। ਕਹਿੰਦੇ ਜੀ ਹੇ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ, ਸਾਡੇ ਤੇ ਕਿਰਪਾ ਕਰੋ, ਤਾਂ ਜੋ ਅਸੀਂ ਸਾਰੇ ਹੀ ਮਿਲ ਕੇ ਨਾ, ਸਖੀਆਂ ਸਹੇਲੀਆਂ ਸਾਰੇ ਹੀ ਮਿਲ ਕੇ ਜੀਵ ਇਸਤਰੀਆਂ ਤੇਰੇ ਮੰਗਲ ਗਾਉਂਦੇ ਰਹੀਏ, ਤੇਰੇ ਗੁਣ ਗਾਉਣ ਕਰਦੇ ਰਹੀਏ।
ਇਹੋ ਜਿਹੀ ਕਿਰਪਾ ਕਰ ਤੇ ਰੋਜ਼ ਮੰਗਲ ਗਾਉਂਦੇ ਰਹੀਏ, ਰੋਜ਼ ਕੀਰਤਨ ਕਰਦੇ ਰਹੀਏ, ਰੋਜ਼ ਹੀ ਤੇਜ਼ੀਆਂ ਗੱਲਾਂ ਕਰਦੇ ਰਹੀਏ ਤੇ ਅਸੀਂ ਆਪਣੇ ਆਪ ਨੂੰ ਚਾਰਜ ਕਰਦੇ ਰਹੀਏ। ਜਿਵੇਂ ਮੋਬਾਈਲ ਦੀ ਬੈਟਰੀ ਨੂੰ ਚਾਰਜ ਕੀਤਾ ਜਾਂਦਾ, ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਚਾਰਜ ਕਰਦੇ ਰਹੀਏ। क्योंकि अमृत प्रिय का नाम है, अमृत प्रिय का नाम मैं अंधले टोहने। मेरे प्यारे प्रीतम दा नाम जेड़ा है ना अमृतमयी है, अमृतमयी नाम है, पवित्र नाम। मेरे लिए इस तरह है नाम जिस तरह अंधले दे ਲਈ खुंडी ਹੁੰਦੀ ਹੈ। ਜਿਹੜਾ ਬਿਲਕੁਲ ਬਲੈਂਡ ਬੰਦਾ ਹੈ, ਅੰਨਾ ਹੈ, ਉਹਦੇ ਹੱਥ ਵਿੱਚ ਜਿਵੇਂ ਸੋਟੀ ਪਕੜੀ ਹੋਈ ਹੁੰਦੀ ਹੈ ਨਾ, ਡੰਗੋਰੀ ਪਕੜੀ ਹੋਈ ਹੁੰਦੀ ਹੈ, ਟੋਹਣੀ ਪਕੜੀ ਹੋਈ ਹੁੰਦੀ ਹੈ। ਗੁਰਬਾਣੀ ਵਿੱਚ ਟੋਹਣੀ ਲਿਖਿਆ ਹੋਇਆ ਹੈ। ਅੰਧੇ ਦੇ ਹੱਥ ਦੇ ਜਿਵੇਂ ਸੋਟੀ ਹੁੰਦੀ ਹੈ, ਟੋਹਣੀ ਹੁੰਦੀ ਹੈ, ਖੁੰਡੀ ਹੁੰਦੀ ਹੈ, ਇਸ ਤਰ੍ਹਾਂ ਮੇਰੇ ਲਈ ਪਰਮਾਤਮਾ ਦਾ ਨਾਮ। ਅੰਨੇ ਮਨੁੱਖ ਦੇ ਲਈ ਟੋਹਣੀ ਜਿਹੜੀ ਹੈ, ਡੰਗੋਰੀ ਜਿਹੜੀ ਹੈ, ਅਤਿਅੰਤ ਜ਼ਰੂਰੀ ਹੈ। ਉਹ ਡੰਗੋਰੀ ਤੋਂ ਬਿਨਾਂ ਚੱਲ ਨਹੀਂ ਸਕਦਾ, ਜਾ ਨਹੀਂ ਸਕਦਾ, ਆ ਨਹੀਂ ਸਕਦਾ। ਮੈਂ ਵੀ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਕਿਉਂ? ਤੈਨੂੰ ਕੀ ਖਤਰਾ ਹੈ ਬਈ? ਬੜੇ ਖਤਰੇ ਹਨ ਨਾਮ ਤੋਂ ਬਿਨਾਂ। ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ ਲੋ। ਉਹ ਜਿਹੜੀ ਸੁੰਦਰ ਮੋਹਣੀ ਹੈ ਨਾ, ਉਹ ਮੈਨੂੰ ਕਈ ਪ੍ਰਕਾਰਾਂ ਦੇ ਨਾਲ ਘੂਰ ਘੂਰ ਕੇ ਦੇਖ ਰਹੀ ਹੈ। ਉਹ ਕੌਣ ਹੈ? ਮਾਇਆ, ਮਾਇਆ ਮੋਹਣੀ, ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਇਹ ਜਿਹੜੀ ਮਾਇਆ ਮਮਤਾ ਅਤੇ ਮੋਹਣੀ ਹੈ ਨਾ, ਮਨ ਨੂੰ ਮੋਹਣ ਵਾਲੀ ਹੈ। ਇਸ ਨੇ ਬਿਨਾਂ ਦੰਦਾਂ ਤੋਂ ਹੀ ਸਾਰੇ ਜਗਤ ਨੂੰ ਖਾ ਲਿਆ। ਬਿਨਾਂ ਦੰਦਾਂ ਤੋਂ ਸਾਰੇ ਜਗਤ ਨੂੰ ਖਾ ਲਿਆ। ਕਿਤੇ ਸਾਨੂੰ ਵੀ ਨਾ ਖਾ ਜਾਏ। ਸਾਡੇ ਵੱਲ ਘੂਰ ਘੂਰ ਕੇ ਦੇਖ ਰਹੀ ਹੈ, ਕਿਤੇ ਸਾਨੂੰ ਵੀ ਨਾ ਖਾ ਜਾਏ। ਇਸ ਕਰਕੇ ਤੇਰੇ ਨਾਮ ਦੀ ਡੰਗੋਰੀ, ਤੇਰੇ ਨਾਮ ਦਾ ਸੋਟਾ ਮੇਰੇ ਹੱਥ ਵਿੱਚ ਰਹਿਣਾ ਜ਼ਰੂਰੀ ਹੈ। ਮੋਹਨੀ ਮਹਾ ਬਚਿੱਤਰ ਚੰਚਲ ਅਨੇਕ ਭਾਵ ਦਿਖਾਵੇ। ਇਹ ਜਿਹੜੀ ਮੋਹਨੀ ਹੈ ਨਾ, ਮਾਇਆ ਮੋਹਨੀ, ਬੜੀ ਬਚਿੱਤਰ ਹੈ, ਬੜੀ ਅਨੋਖੀ ਹੈ। ਤਰ੍ਹਾਂ ਤਰ੍ਹਾਂ ਦੇ ਭੇਸ ਬਣਾ ਕੇ, ਤਰ੍ਹਾਂ ਤਰ੍ਹਾਂ ਦੇ ਰੰਗ ਖਿਲਾ ਕੇ ਮੈਨੂੰ ਦਿਖਾਉਂਦੀ ਹੈ, ਪ੍ਰਭਾਵਿਤ ਕਰਨ ਲਈ, ਤਾਂ ਕਿ ਮੈਂ ਪ੍ਰਭਾਵਿਤ ਹੋ ਜਾਵਾਂ ਤੇ ਮਾਇਆ ਦੇ ਚੱਕਰ ਵਿੱਚ ਮੈਂ ਵੀ ਫਸ ਜਾਵਾਂ। ਹੋਏ ਢੀਠ ਮਿੱਠੀ ਮਨੇ ਲੱਗ ਗਏ। ਇਹੋ ਜਿਹੀ ਢੀਠ ਹੈ, ਇਹੋ ਜਿਹੀ ਢੀਠ ਹੈ ਕਿ ਮਨ ਨੂੰ ਧੱਕੇ ਨਾਲ ਹੀ ਚੰਗੀ ਲੱਗਣ ਲੱਗ ਜਾਂਦੀ ਹੈ। ਮਾਇਆ ਕਿਹਨੂੰ ਨਹੀਂ ਚੰਗੀ ਲੱਗਦੀ? ਪੈਸੇ, ਸੋਨਾ ਕਿਹਨੂੰ ਨਹੀਂ ਚੰਗਾ ਲੱਗਦਾ? ਚਾਂਦੀ ਕਿਹਨੂੰ ਨਹੀਂ ਚੰਗੀ ਲੱਗਦੀ? ਪ੍ਰਾਪਰਟੀ ਕਿਹਨੂੰ ਨਹੀਂ ਚੰਗੀ ਲੱਗਦੀ? ਕਿਹਨੂੰ ਨਹੀਂ ਚੰਗੀ ਲੱਗਦੀ? ਕੋਈ ਸਾਰਿਆਂ ਨੂੰ ਚੰਗੀ ਲੱਗਦੀ। ਪਰ ਭਗਤ ਕਬੀਰ ਜੀ ਕਹਿੰਦੇ ਹਨ, ਕਹਿੰਦੇ ਸਾਡੇ ਤੋਂ ਦੂਰ ਰਹਿੰਦੀ ਹੈ। ਮੈਨੂੰ ਉਹਦਾ ਪਤਾ ਹੈ ਤੇ ਉਹਨੂੰ ਮੇਰਾ ਪਤਾ ਹੈ, ਮੇਰੇ ਸੁਭਾਅ ਦਾ ਵੀ ਉਹਨੂੰ ਪਤਾ ਹੈ। ਉਹ ਨਹੀਂ ਨੇੜੇ ਲੱਗਦੀ।
ਪਰ ਬੜੀ ਢੀਠ ਹੈ। ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਸੇ ਨਾ ਕਿਸੇ ਢੰਗ ਦੇ ਨਾਲ ਆ ਕੇ ਹਾਵੀ ਹੋ ਜਾਂਦੀ ਹੈ। ਸਾਡੇ ਦੇਸ਼ ਦੇ ਵਿੱਚ ਪੁਰਾਤਨ ਜਿਹੜੇ ਸੰਤ ਮਹਾਂਪੁਰਖ ਹੁੰਦੇ ਸਨ, ਰਿਸ਼ੀ ਮੁਨੀ ਜਿਹੇ, ਉਹ ਕਹਿੰਦੇ ਸੀ ਵੀ ਇਸ ਨੂੰ ਮਾਇਆ ਨੂੰ ਛੱਡ ਕੇ ਨਾ, ਅਸੀਂ ਘਰ-ਬਾਰ ਨੂੰ ਛੱਡ ਕੇ, ਪਤਨੀ ਨੂੰ ਛੱਡ ਕੇ, ਬੱਚਿਆਂ ਨੂੰ ਛੱਡ ਕੇ, ਪੈਸੇ ਨੂੰ ਛੱਡ ਕੇ, ਜ਼ਮੀਨ ਨੂੰ ਛੱਡ ਕੇ, ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਾਂ ਜੰਗਲਾਂ ਵਿੱਚ ਜਾਂਦੇ ਤਾਂ ਕਿ ਆਪਾਂ ਮਾਇਆ ਤੋਂ ਬਚੇ ਰਹੀਏ। ਪਰ ਦੌੜ ਕੇ ਚਲੇ ਗਏ, ਅੱਗੇ ਫੇਰ ਮਾਇਆ ਨੇ ਘੇਰ ਲਿਆ। ਉੱਥੇ 5 7 10 ਚੇਲੇ ਬਣਾ ਲਏ, ਡੇਰਾ ਬਣ ਗਿਆ। ਸ਼ਾਮਲਾ ਜ਼ਮੀਨ ਤੇ ਕਬਜ਼ਾ ਕਰਕੇ ਉੱਥੇ ਡੇਰਾ ਬਣਾ ਲਿਆ। ਡੇਰਾ ਬਣਾ ਕੇ ਆਲੇ ਦਾਲੇ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਮਿਲਣ ਲੱਗ ਪਏ। ਉਹ ਘਰੇ ਜਿਹੜੀ ਮਾਇਆ ਨੂੰ ਛੱਡ ਕੇ ਗਿਆ ਸੀ, ਉੱਥੇ ਹੋਰ ਮਾਇਆ ਦੇ ਚੱਕਰ ਵਿੱਚ ਪੈ ਗਏ। ਉਂਝ ਕਹਿ ਰਿਹਾ ਮੈਂ ਬ੍ਰਹਮ ਗਿਆਨੀ ਸੰਤ ਹਾਂ, ਮੈਂ ਵਿਆਹ ਵੀ ਨਹੀਂ ਕਰਾਇਆ, ਮੇਰੇ ਬੱਚੇ ਵੀ ਨਹੀਂ ਹੈ, ਮੇਰੀ ਜਾਇਦਾਦ ਵੀ ਨਹੀਂ ਹੈ। ਇੰਨੀ ਜਾਇਦਾਦ ਬਣਾ ਲਈ, 50 ਕਿੱਲੇ ਇੱਥੇ ਨੂੰ ਬਣਾ ਲਏ, 100 ਕਿੱਲੇ ਉੱਥੇ ਨੂੰ ਬਣਾ ਲਿਆ, ਵੱਡਾ ਸਾਰਾ ਡੇਰਾ ਬਣਾਇਆ ਹੋਇਆ, 500-700 ਚੇਲਾ ਅੱਗੇ ਪਿੱਛੇ ਫਿਰਦਾ ਹੈ। ਛੋਟੇ ਪਰਿਵਾਰ ਨੂੰ, 5 ਜੀਆਂ ਦੇ ਪਰਿਵਾਰ ਨੂੰ, ਪਤਨੀ ਤੇ 2 ਬੱਚਿਆਂ ਨੂੰ ਛੱਡ ਕੇ, ਮਾਤਾ ਪਿਤਾ ਨੂੰ ਭੁੱਖੇ ਨੰਗੇ ਛੱਡ ਕੇ ਚਲਾ ਗਿਆ ਉੱਥੇ, ਤੇ ਉੱਥੇ ਜਾ ਕੇ ਐਨਾ ਵੱਡਾ ਪਰਿਵਾਰ, ਫੈਮਿਲੀ ਬਣਾ ਲਈ। ਹੁਣ ਫੇਰ ਹੋਣਗੇ ਵਿੱਚ ਪਿਆ ਹੋਇਆ। ਇਹੋ ਜਿਹਾ ਕੁੱਤਾ ਕੰਮ ਕਰ ਬੈਠਾ, ਫਿਰ ਜੇਲ੍ਹ ਵਿੱਚ ਵੀ ਜਾਣਾ ਪੈ ਗਿਆ। ਜੇਲ੍ਹ ਵਿੱਚ ਚਲਾ ਗਿਆ, ਕਈ ਸਾਲ ਜੇਲ੍ਹ ਵਿੱਚ ਹੋ ਗਏ। ਹੁਣ ਚੇਲਿਆਂ ਵਿੱਚ ਰੌਲਾ ਪੈ ਗਿਆ, ਕਹਿੰਦੇ ਬਾਬਾ ਜੀ ਪਤਾ ਨਹੀਂ ਉਹੀ ਹੈ, ਕੰਮ ਨਹੀਂ ਦੂਸਰਾ ਹੈ। ਜੇਲ੍ਹ ਵਿੱਚ ਤਾਂ ਬਣਾਉਟੀ ਬਿਠਾਇਆ ਹੋਇਆ। ਹੁਣ ਚੇਲਿਆਂ ਨੂੰ ਯਕੀਨ ਨਹੀਂ ਰਿਹਾ, ਪਤਾ ਨਹੀਂ ਨਕਲੀ ਬਿਠਾਇਆ ਹੋਇਆ, ਪਤਾ ਨਹੀਂ ਅਸਲੀ ਬਿਠਾਇਆ ਹੋਇਆ ਹੈ। ਭੰਬਲ ਭੁੱਸੇ ਕੇ ਮਾਇਆ ਹੈ ਨਾ। ਹੋਏ ਢੀਠ ਮਿੱਠੀ ਮਨੇ ਲਾਗੇ, ਨਾਮ ਲੈਣ ਨਾ ਆਵੇ, ਨਾਮ ਨਹੀਂ ਜਪਣ ਦਿੰਦੀ। ਨਾਮ ਨਹੀਂ ਜਪਣ ਦਿੰਦੀ। ਕਦੇ ਕਹਿੰਦੀ ਹੈ ਇੱਧਰ ਨੂੰ ਚਲੋ ਜੀ, ਕਦੇ ਕਹਿੰਦੀ ਹੈ ਉੱਧਰ ਨੂੰ ਚਲੋ ਜੀ, ਕਦੇ ਕਹਿੰਦੀ ਹੈ ਇੱਥੇ ਆਓ ਜੀ, ਕਦੇ ਕਹਿੰਦੇ ਉੱਥੇ ਜਾਓ। ਬਸ ਮਾਇਆ ਦੇ ਪਿੱਛੇ 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 ਫਿਰੀ ਜਾਏ ਬੰਦਾ ਸਾਰਾ ਦਿਨ, ਤੇ ਨਾਮ ਜਪਣ ਦਾ ਟਾਈਮ ਹੀ ਨਹੀਂ। ਅਕਸਰ ਸਾਡੇ ਨਾਲ ਇਸ ਤਰ੍ਹਾਂ ਹੀ ਹੋ ਰਿਹਾ ਹੈ। ਗੁਰਦੁਆਰੇ ਅਸੀਂ ਕਿੰਨੇ ਘੰਟੇ ਬੈਠਦੇ ਹਾਂ ਇੱਥੇ? ਅੱਧਾ ਘੰਟਾ, ਪੌਣਾ ਘੰਟਾ ਹੁੰਦਾ ਹੈ, ਪਰ ਪਿੱਛੇ ਮਾਇਆ ਖਿੱਚ ਰਹੀ ਹੈ ਸਾਨੂੰ। ਆ ਜਾਓ ਫਟਾਫਟ, ਉਠੋ ਇੱਥੋਂ, ਦੌੜੋ, ਭੱਜੋ, ਨੱਠੋ, ਉਹ ਕੰਮ ਕਰਨਾ ਹੈ, ਇਹ ਕੰਮ ਕਰਨਾ ਹੈ। ਭਾਵੇਂ ਜਾ ਕੇ ਗਲੀ ਵਿੱਚ ਘੰਟਾ ਘੰਟਾ ਖੜੇ ਗੱਪਾਂ ਮਾਰੀ। ਗ੍ਰਹਿ ਬਨਹਿ ਤੀਰੈ ਵਰਤ ਪੂਜਾ, ਬਾਟ ਘਾਟੈ ਜੋਹਨੀ। ਇਹ ਜਿਹੜੀ ਮਾਇਆ ਹੈ ਨਾ, ਕਿੱਥੇ ਕਿੱਥੇ ਹੈ? ਘਰ ਦੇ ਵਿੱਚ ਵੀ ਮਾਇਆ। ਕਈਆਂ ਦੀ ਤਾਂ ਘਰ ਵਾਲੀ ਦਾ ਨਾਂ ਹੀ ਮਾਇਆ ਹੁੰਦਾ। ਉਹ ਕਹਿੰਦੇ ਤੁਸੀਂ ਮਾਇਆ ਮਾਇਆ ਕਰੀ ਜਾਂਦੇ ਹੋ, ਘਰ ਵਾਲੀ ਗੁੱਸੇ ਹੋ। ਘਰ ਵਿੱਚ ਵੀ ਮਾਇਆ। ਗ੍ਰਹਿ ਬਨਹਿ, ਬਣਾ ਵਿੱਚ ਵੀ ਮਾਇਆ। ਤੀਰੈ, ਤੀਰਥਾਂ ਤੇ ਵੀ ਮਾਇਆ। ਵਰਤ, ਵਰਤ ਰੱਖੋ, ਵਰਤ ਵਿੱਚ ਵੀ ਮਾਇਆ। ਪੂਜਾ, ਪੂਜਾ ਵਿੱਚ ਵੀ ਮਾਇਆ। ਕਿਸੇ ਘਾਟ ਤੇ ਜਾਈਏ, ਕਿਸੇ ਦਰਿਆ ਤੇ ਜਾਈਏ, ਉੱਥੇ ਵੀ ਮਾਇਆ। ਭਈ ਸਾਰੀ ਥਾਂ ਤੇ ਮਾਇਆ ਹੀ ਮਾਇਆ ਹੋਈ ਹੋਈ ਹੈ। ਇਹ ਮਾਇਆ ਦਾ ਹੀ ਪਸਾਰਾ ਹੋ ਗਿਆ। ਇੱਕ ਮਹਾਤਮਾ ਦੀ ਗੱਲ ਸੁਣੋ ਭਾਈ। ਇੱਕ ਮਹਾਤਮਾ ਸੀ, ਪੁਰਾਣੇ ਜ਼ਮਾਨਿਆਂ ਦੀ ਗੱਲ ਹੈ। ਉਹ ਕਿਤੇ ਨਾ ਦੂਰ ਤੀਰਥਾਂ ਤੇ ਜਾਣ ਲੱਗਿਆ। ਉਹਦੇ ਕੋਲ ਇੱਕ ਪੋਥੀ ਹੁੰਦੀ ਸੀ, ਪਤਾ ਨਹੀਂ ਕਾਹਦੀ ਸੀ, ਕੋਈ ਧਾਰਮਿਕ ਗ੍ਰੰਥੇ ਸੀ, ਸਮਝੋ। ਪੋਥੀ ਸੀ ਉਹਦੇ ਕੋਲ, ਬੜੀ ਸੰਭਾਲ ਸੰਭਾਲ ਕੇ ਉਹਨੇ ਰੱਖੀ ਹੋਈ। ਤੇ ਜਦੋਂ ਉਹ ਜਾਣ ਲੱਗਿਆ ਨਾ ਤੀਰਥਾਂ ਨੂੰ ਪੈਦਲ, ਇੱਕ ਮਹਾਤਮਾ ਦੀ ਝੁੱਗੀ ਵਿੱਚ ਗਿਆ
ਤੇ ਉਹਨੂੰ ਕਹਿਣ ਲੱਗਿਆ, ਬਾਬਾ ਜੀ ਮੈਂ ਜਾ ਰਿਹਾ ਹਾਂ ਇੱਧਰ ਬਹੁਤ ਦੂਰ, ਹਜੂਰ ਸਾਹਿਬ ਤੋਂ ਵੀ ਪਰੇ, ਬਈ ਇਹ ਜਿਹੜੀ ਮੇਰੀ ਪੋਥੀ ਹੈ ਨਾ, ਤੁਸੀਂ ਨਾ ਇਹਨੂੰ ਸੰਭਾਲ ਕੇ ਰੱਖਿਓ, ਕਿਉਂਕਿ ਰਸਤੇ ਵਿੱਚ ਮੀਂਹ ਪੈਣਾ ਹੈ, ਦਰਿਆ ਲੰਘਣੇ ਹਨ, ਖਬਰੇ ਕਿਹੋ ਜਿਹਾ ਮੌਸਮ ਹੋਣਾ ਹੈ, ਇਹ ਕਿਤੇ ਪੋਥੀ ਨਾ ਖਰਾਬ ਹੋ ਜੇ। ਚੰਗਾ ਭਾਈ, ਰੱਖ ਜਾ। ਰੱਖ ਕੇ ਉਹ ਤਾਂ ਹੋ ਗਿਆ ਵਿਹਲਾ, ਆਰਾਮ ਨਾਲ ਟੂਰ ਕਰਦਾ ਜਾ ਰਿਹਾ ਹੈ, ਆਰਾਮ ਨਾਲ ਜਾ ਰਿਹਾ ਹੈ, ਕੋਈ ਫਿਕਰ ਨਹੀਂ, ਕੋਈ ਵਾਕਾ ਨਹੀਂ। ਪੋਥੀ ਦਾ ਵਜਨ ਸੀ ਨਾ, ਪੋਥੀ ਦੀ ਚਿੰਤਾ ਲੱਗੀ ਹੋਈ ਸੀ, ਕਿਤੇ ਪੋਥੀ ਖਰਾਬ ਨਾ ਹੋ ਜਾਏ। ਤੇ ਜਿਹਦੇ ਕੋਲ ਰੱਖ ਕੇ ਗਿਆ ਸੀ ਉਹ ਫਿਕਰਾਂ ਵਿੱਚ ਪੈ ਗਿਆ। ਕਹਿੰਦੇ ਫਲਾਣਾ ਮਹਾਤਮਾ ਆਇਆ ਸੀ, ਉਹਨੇ ਮੈਨੂੰ ਇਹ ਪੋਥੀ ਦਿੱਤੀ ਹੈ, ਗ੍ਰੰਥੀ ਦਿੱਤੀ ਹੋਈ ਹੈ, ਛੋਟੀ ਜਿਹੀ, ਰਮਾਲੇ ਵਿੱਚ ਲਪੇਟ ਕੇ, ਇਹ ਨਾ ਹੋਵੇ ਖਰਾਬੀ ਨਾ ਹੋ ਜੇ। ਉੱਪਰੋਂ ਮੀਂਹ ਪੈ ਰਿਹਾ ਹੈ, ਝੁੱਗੀ ਜਿਹੜੀ ਹੈ ਚੋਣ ਲੱਗ ਪਈ ਹੈ, ਭਈ ਕਿਤੇ ਖਰਾਬ ਹੋ ਗਈ ਫੇਰ ਆਏਗਾ ਮੇਰੇ ਤੋਂ ਮੰਗੇਗਾ, ਗਲਤ ਹੋ ਜਾਏਗਾ। ਮੋਮ ਜਾਮੇ ਦੇ ਵਿੱਚ ਐਨ ਚੰਗੀ ਤਰ੍ਹਾਂ ਲੁਕੋ ਕੇ ਰੱਖੀ। ਇੱਕ ਦਿਨ ਉੱਥੇ ਫਿਰ ਰਹੇ ਸੀ ਚੂਹੇ ਫਿਰ ਰਹੇ ਸੀ, ਉਸ ਪੋਥੀ ਤੇ ਵੀ ਚੜ ਗਏ, ਉਹਨੂੰ ਟੁੱਕਣ ਲੱਗ ਪਏ। ਜਦੋਂ ਟੁੱਕਣ ਲੱਗ ਪਏ ਉਹਨੇ ਕਿਹਾ ਹੋਰ ਪੰਗਾ ਹੋ ਗਿਆ, ਲੈ ਹੁਣ ਇਹ ਪੋਥੀ ਇਹਨਾਂ ਚੂਹਿਆਂ ਨੇ ਛੱਡਣੀ ਨਹੀਂ ਹੈ। ਜੇ ਹੁਣ ਮੈਂ ਲਿਆ ਕੇ ਦਵਾਈ ਪਾਈ ਚੂਹਿਆਂ ਦੀ, ਚੂਹੇ ਮਾਰਨ ਦੀ, ਤਾਂ ਇਹ ਵੀ ਪਾਪ ਲੱਗੇਗਾ। ਇਸ ਕਰਕੇ ਆਪਾਂ ਕਾਹਨੂੰ ਮਾਰਨਾ ਹੈ ਇਹਨਾਂ ਚੂਹਿਆਂ ਨੂੰ, ਆਪਾਂ ਬਿੱਲੀ ਰੱਖ ਲੈਂਦੇ ਹਾਂ। ਪਿੰਡ ਵਿੱਚੋਂ ਇੱਕ ਬਿੱਲੀ ਲਿਆਏ, ਹੁਣ ਬਿੱਲੀ ਮਿਆਉਂ ਮਿਆਉਂ ਕਰਦੀ, ਫਿਰ ਇਹ ਚੂਹਾ ਇੱਕ ਅੱਧਾ ਹੈ ਸੀ, ਉਹ ਦੌੜ ਦੌੜ ਕੇ ਪਤਾ ਨਹੀਂ ਖਾ ਲਿਆ, ਭੁੱਖੀ ਮਰਨ ਲੱਗੀ, ਉਹ ਹੋਰ ਪਾਪ ਚੜ ਗਈ। ਕਹਿੰਦੇ ਹੁਣ ਕਿਆ ਕਰੀਏ, ਬਿੱਲੀ ਨੂੰ ਖਾਣ ਵਾਸਤੇ ਤਾਂ ਕੁਛ ਨਹੀਂ ਹੈ ਇੱਥੇ, ਇਸ ਤਰ੍ਹਾਂ ਕਰੀਏ ਇੱਕ ਗਾਂ ਨਾ ਪਾਲ ਲਈਏ। ਫਿਰ ਇੱਕ ਗਾਂ ਮੁੱਲ ਲਿਆ, ਗਾਂ ਮੁੱਲ ਲਾਏ, ਉਹਦੇ 2-3 ਬੱਚੇ ਬੁੱਚੇ ਹੋ ਗਏ, ਇੰਨਾ ਗੋਬਰ ਦਾ ਢੇਰ ਲੱਗ ਗਿਆ, ਬੁਰੇ ਹਾਲ ਹੋ ਗਏ, ਬੰਕੇ ਦਿਹਾੜੇ ਹੋਏ। 3-4 ਸਾਲ ਬਾਅਦ ਜਦੋਂ ਉਹ ਮਹਾਂਪੁਰਸ਼ ਆਏ ਦੁਬਾਰੇ ਮੁੜ ਕੇ, ਉਹਨੇ ਦੇਖਿਆ, ਕਹਿੰਦੇ ਇਹ ਕੀ ਹੋ ਰਿਹਾ ਹੈ? ਪਹਿਲਾਂ ਤਾਂ ਬਾਬਾ ਇਕੱਲੀ ਝੁੱਗੀ ਵਿੱਚ ਰਹਿੰਦਾ ਸੀ, ਹੁਣ ਗਾਵਾਂ ਬੰਝੀਆਂ, ਬਿੱਲੀ ਘੁੰਮ ਰਹੀ ਹੈ, ਚੂਹੇ ਦੌੜੇ ਫਿਰਦੇ ਹਨ, ਤੇ ਗੋਬਰ ਦਾ ਢੇਰ ਲਾਇਆ ਹੋਇਆ ਹੈ। ਭਈ ਇਹ ਕੀ ਖਲਾਰਾ ਪਾਇਆ ਹੈ ਬਾਬਾ ਜੀ? ਕਹਿਣ ਲੱਗਿਆ, ਯਾਰ ਇਹ ਮੈਂ ਨਹੀਂ ਖਲਾਰਾ ਪਾਇਆ ਹੋਇਆ, ਇਹ ਸਾਰਾ ਖਲਾਰਾ ਤੇਰੀ ਪੋਥੀ ਨੇ ਪਾਇਆ ਹੋਇਆ ਹੈ। ਤੇਰੀ ਪੋਥੀ ਦਾ ਪੰਗਾ ਹੈ, ਉਹਨੇ ਖਲਾਰਾ ਪਾਇਆ ਹੋਇਆ ਹੈ। ਭਾਵ ਕੇ ਦੇਖੋ ਕਿਵੇਂ ਵੱਧਦੀ ਹੈ ਮਾਇਆ ਦਾ ਚੱਕਰ, ਤੇ ਮਨੁੱਖ ਫਿਰ ਇਸੇ ਵਿੱਚ ਉਲਝ ਕੇ ਰਹਿ ਜਾਂਦਾ ਹੈ, ਅੱਗੇ ਵੱਧਦਾ ਹੀ ਨਹੀਂ ਹੈ। ਜਿਸ ਮੰਜ਼ਿਲ ਤੇ ਜਾਣਾ ਹੈ, ਜਿੱਥੇ ਜਾਣਾ ਹੈ, ਉੱਥੇ ਜਾਂਦਾ ਨਹੀਂ ਹੈ, ਉੱਥੇ ਹੀ ਉਲਝ ਗਿਆ। ਨਾਨਕ ਪਿੰਪੈ ਦਇਆ ਧਾਰੋ। ਨਾਨਕ ਜੀ ਬੇਨਤੀ ਕਰਦੇ ਹਨ ਵਾਹਿਗੁਰੂ ਜੀ ਦੇ ਅੱਗੇ ਕਿ ਹੇ ਪ੍ਰਭੂ ਜੀ ਸਾਡੇ ਤੇ ਦਇਆ ਕਰੋ। ਮੈਂ ਨਾਮ ਅੰਧਲੇ ਟੋਹਣੀ, ਤੇਰਾ ਜਿਹੜਾ ਨਾਮ ਹੈ ਮੇਰੇ ਲਈ ਇਸ ਤਰ੍ਹਾਂ ਹੈ ਜਿਵੇਂ ਅੰਨੇ ਮਨੁੱਖ ਦੇ ਲਈ ਕੋਈ ਡੰਗੋਰੀ ਹੁੰਦੀ ਹੈ। ਅੰਨੇ ਮਨੁੱਖ ਦਾ ਡੰਗੋਰੀ ਤੋਂ ਬਿਨਾਂ ਨਹੀਂ ਸਰਦਾ, ਤੇ ਮੇਰਾ ਨਾਮ ਤੋਂ ਬਿਨਾਂ ਨਹੀਂ ਸਰਦਾ। ਅੰਨਾ ਮਨੁੱਖ ਡੰਗੋਰੀ ਤੋਂ ਬਿਨਾਂ ਨਹੀਂ ਰਹਿ ਸਕਦਾ, ਨਾਲ ਨਾਲ ਲੈ ਕੇ ਫਿਰਨਾ ਪੈਂਦਾ ਹੈ। ਇਹ ਤਾਂ ਸਾਨੂੰ ਹੁਣ ਪਤਾ ਲੱਗਿਆ ਨਾ, ਜਦੋਂ ਇੱਕ ਖਿੱਸੇ ਵਿੱਚ ਐਨਕ ਪਾਈ ਹੋਈ ਹੁੰਦੀ ਹੈ ਤੇ ਇੱਕ ਖਿੱਸੇ ਵਿੱਚ ਮੋਬਾਈਲ ਪਾਇਆ ਹੋਇਆ ਹੁੰਦਾ ਹੈ। ਜੇ ਮੋਬਾਈਲ ਭੁੱਲ ਗਏ ਤਾਂ ਪੰਗਾ ਪੈ ਗਿਆ, ਜੇ ਐਨਕ ਭੁੱਲ ਗਏ ਤਾਂ ਪੰਗਾ ਪੈ ਗਿਆ, ਕਿਤੇ ਪੜ੍ਹਨਾ ਪੈ ਗਿਆ, ਐਨਕ ਨਹੀਂ ਹੈ। ਜਿਵੇਂ ਅੰਨੇ ਮਨੁੱਖ ਦੇ ਲਈ ਡੰਗੋਰੀ ਹੋ ਗਈ, ਇਸੇ ਪ੍ਰਕਾਰ ਹੀ ਭਈ ਸਾਡੇ ਲਈ ਐਨਕ ਬਣ ਗਈ।
ਨਾਲ ਐਨਕ ਨੂੰ ਚੁੱਕੀ ਫਿਰੋ, ਹੁਣ ਨਾਲ ਮੋਬਾਈਲ ਨੂੰ ਚੁੱਕੀ ਫਿਰੋ, ਕਿਉਂਕਿ ਸਰਦਾ ਨਹੀਂ ਹੈ। ਨਾ ਮੋਬਾਈਲ ਤੋਂ ਬਿਨਾਂ ਸਰਦਾ ਹੈ, ਨਾ ਐਨਕ ਤੋਂ ਬਿਨਾਂ ਸਰਦਾ ਹੈ। ਚਲੋ ਮੋਬਾਈਲ ਤੋਂ ਬਿਨਾਂ ਵੀ ਸਾਰ ਲਈਏ, ਫਿਰ ਐਨਕ ਤੋਂ ਬਿਨਾਂ ਕਿਵੇਂ ਸਾਰੀਏ? ਚਾਹੇ ਤਾਂ ਹਰ ਸਮੇਂ ਲਾ ਕੇ ਰੱਖੀਏ। ਜੇ ਲਾ ਕੇ ਰੱਖਦੇ ਹਾਂ ਗਰਮੀ ਵਿੱਚ ਫੇਰ ਬੁਰਾ ਹਾਲ ਹੁੰਦਾ ਹੈ, ਜੇ ਤਾਰਦੇ ਹਾਂ ਤਾਂ ਦਿਖਦਾ ਨਹੀਂ। ਇਸੇ ਪ੍ਰਕਾਰ ਹੀ ਮੇਰੇ ਲਈ ਪਰਮਾਤਮਾ ਦਾ ਨਾਮ ਅਤਿਅੰਤ ਜ਼ਰੂਰੀ ਹੈ। हे ਪ੍ਰਭੂ ਜੀ, ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣਾ ਨਾਮ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।